ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ। ਬਾਬਾ ਜੀ ਦੀ ਗੁਰਬਾਣੀ ਉੱਪਰ ਅਥਾਹ ਸ਼ਰਧਾ ਸੀ। ਨਿਰੀ ਸ਼ਰਧਾ ਹੀ ਨਹੀਂ ਬਲਕਿ ਆਪ ਜੀ ਨੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਘਟਾ ਕੇ ਉਸ ਦੀ ਕਮਾਈ ਵੀ ਕੀਤੀ ਹੋਈ ਸੀ ਅਤੇ ਉਸੇ ਆਧਾਰ ਤੇ ਜਗਿਆਸੀਆਂ ਨੂੰ ਪ੍ਰੇਰਨਾ ਦਿੱਤੀ। ਆਪ ਜੀ ਦਾ ਕਥਨ ਸੀ ਕਿ ਗੁਰਬਾਣੀ ਗੁਰੂ ਰੂਪ ਵੀ ਹੈ ਅਤੇ ਉਪਦੇਸ਼ ਵੀ ਹੈ। ਜਿਸ ਉਪਦੇਸ਼ ਦਾ ਧਾਰਨੀ ਬਣ ਕੇ ਜੀਵ ਉਸ ਬ੍ਰਹਮ ਦਾ ਸਰੂਪ ਬਣ ਜਾਂਦਾ ਹੈ ਅਤੇ ਆਵਾਗਾਉਣ ਦੇ ਚੱਕਰ ਤੋਂ ਛੁਟਕਾਰਾ ਪਾ ਕੇ ਬੇਗਮਪੁਰੇ ਦਾ ਵਾਸੀ ਬਣ ਜਾਂਦਾ ਹੈ। ਉਸ ਸੁਭਾਗੇ ਜੀਵ ਨੂੰ ਜਿੰਨਾ ਚਿਰ ਪਰਮੇਸ਼ਰ ਵੱਲੋਂ ਇਸ ਸੰਸਾਰ ਵਿੱਚ ਵਿਚਰਨ ਦਾ ਸਮਾਂ ਮਿਲਿਆ ਹੈ, ਆਨੰਦਮਈ ਜੀਵਨ ਬਤੀਤ ਕਰਦਾ ਹੈ ਅਤੇ ਅਖੀਰ ਨਾਨਕ ਲੀਨ ਪਇਓ ਗੋਵਿੰਦ ਸਿਉ ਜਿਉਂ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰਬਾਣੀ ਨਿਰਾ ਉਪਦੇਸ਼ ਹੀ ਨਹੀਂ ਸਗੋਂ ਇਸ ਵਿੱਚ ਗੁਰੂ ਜਿੰਨੀ ਹੀ ਸੱਤਿਆ ਭਾਵ ਤਾਕਤ ਹੈ। ਜੇ ਇਹ ਸਾਨੂੰ ਪ੍ਰਤੀਤ ਨਹੀਂ ਹੁੰਦਾ ਤਾਂ ਇਸ ਵਿੱਚ ਗੁਰਬਾਣੀ ਦਾ ਕੋਈ ਦੋਸ਼ ਨਹੀਂ ਹੈ, ਕੇਵਲ ਸਾਡੀ ਸ਼ਰਧਾ ਭਾਵਨੀ ਵਿੱਚ ਹੀ ਫਰਕ ਹੈ। ਗੁਰਬਾਣੀ ਸਿੱਧੀ ਰੂਪ ਵੀ ਹੈ, ਔਸ਼ਧੀ ਵੀ ਹੈ, ਅੰਮ੍ਰਿਤ ਰੂਪ ਵੀ ਹੈ, ਰਸ ਰੂਪ ਰਸਾਇਣ ਹੈ, ਨਾਮ ਦੀ ਜਨਨੀ ਹੈ, ਨਿਰੰਕਾਰ ਦਾ ਸਤ ਸਰੂਪ ਹੈ। ਗੁਰਬਾਣੀ ਗੁਰੂ ਹੈ ਜੋ ਸਿੱਖ ਦਾ ਲੋਕ ਪ੍ਰਲੋਕ ਸਵਾਰਦੀ ਹੈ। ਤਕਰੀਬਨ 1960 ਦੀ ਘਟਨਾ ਹੈ ਕਿ ਦਾਸ ਨੂੰ ਬੁਖਾਰ ਹੋ ਗਿਆ। ਬਾਬਾ ਜੀ ਕਿਸੇ ਕਾਰਨ ਬਾਹਰ ਗਏ ਹੋਏ ਸਨ। ਡਾਕਟਰ ਪਾਸੋਂ ਦਵਾਈ ਲਈ। ਉਸਨੇ ਦੱਸਿਆ ਕਿ ਬੁਨਿਆਦੀ ਬੁਖਾਰ ਭਾਵ ਟਾਈਫਾਇਡ ਹੋ ਗਿਆ ਹੈ। 3-4 ਦਿਨ ਦਵਾਈ ਖਾਣ ਨਾਲ ਕੋਈ ਫਰਕ ਨਾ ਪਿਆ। ਇੱਕ ਡਾਕਟਰ ਨੂੰ ਛੱਡ ਕੇ ਉਸ ਤੋਂ ਹੋਰ ਸਿਆਣੇ ਡਾਕਟਰ ਪਾਸੋਂ ਦਵਾਈ ਲਈ। ਉਸਨੇ ਵੀ ਬੁਨਿਆਦੀ ਬੁਖਾਰ ਹੀ ਦੱਸਿਆ ਅਤੇ ਕੈਪਸੂਲ ਆਦਿ ਦੇ ਕੇ ਭਰੋਸਾ ਦਿੱਤਾ ਕਿ ਹੁਣ 3-4 ਦਿਨ ਦੇ ਅੰਦਰ ਬੁਖਾਰ ਬਿਲਕੁਲ ਠੀਕ ਹੋ ਜਾਵੇਗਾ। ਪੂਰੇ ਪਰਹੇਜ਼ ਨਾਲ ਦਵਾਈ ਦੀ ਵਰਤੋਂ ਕੀਤੀ ਪਰ ਆਰਾਮ ਆਉਣ ਦੀ ਥਾਂ ਬੁਖਾਰ ਵੱਧਦਾ ਗਿਆ। ਪ੍ਰਸ਼ਾਦਾ ਆਦਿਕ ਬੰਦ ਕਰਕੇ ਕਮਜ਼ੋਰੀ ਵੀ ਕਾਫੀ ਹੋ ਗਈ। 8ਵੇਂ ਦਿਨ ਬਾਬਾ ਜੀ ਵਾਪਸ ਗੁਰਦੁਆਰਾ ਸਾਹਿਬ ਪਰਤ ਆਏ। ਦਾਸ ਨੂੰ ਸਾਰਾ ਹਾਲ ਪੁੱਛਿਆ। ਮੰਜੇ ਉੱਪਰ ਪਏ ਨੇ ਹੀ ਸਾਰੀ ਆਪਣੀ ਵਿਅਥਾ ਦੱਸੀ ਕਿ ਬੁਨਿਆਦੀ ਬੁਖਾਰ ਹੋ ਗਿਆ ਹੈ। 2 ਡਾਕਟਰਾਂ ਤੋਂ ਵਾਰੀ-ਵਾਰੀ ਦਵਾਈ ਖਾਧੀ ਹੈ ਪਰ ਆਰਾਮ ਨਹੀਂ ਆਇਆ। ਬਾਬਾ ਜੀ ਨੇ ਮੇਰੀ ਬਾਂਹ ਆਪਣੇ ਹੱਥ ਵਿੱਚ ਫੜ ਕੇ ਦੇਖੀ ਤੇ ਕਹਿਣ ਲੱਗੇ ਕਿ ਅਜੇ ਵੀ ਕਾਫੀ ਬੁਖਾਰ ਹੈ ਅਤੇ ਨਾਲ ਹੀ ਹਦਾਇਤ ਕੀਤੀ ਕਿ ਹੁਣ ਹੋਰ ਦਵਾਈ ਨਹੀਂ ਖਾਣੀ ਅਤੇ ਜਿਹੜੀ ਕੋਲ ਹੈ ਉਸ ਨੂੰ ਵੀ ਰਹਿਣ ਦੇ। ਦਵਾਈ ਖਾ ਕੇ ਤਾਂ ਅੱਗੇ ਹੀ ਮਨ ਅੱਕਿਆ ਸੀ, ਸੋ ਬਾਬਾ ਜੀ ਦੇ ਕਹਿਣ ਤੇ ਦਵਾਈ ਸੁੱਟ ਦਿੱਤੀ। ਬਾਬਾ ਜੀ ਦੇ ਆਉਣ ਨਾਲ ਹੌਸਲਾ ਵੀ ਹੋ ਗਿਆ ਸੀ ਕਿ ਹੁਣ ਮੈਂ ਠੀਕ ਹੋ ਜਾਣਾ ਹੈ। ਆਪ ਜੀ ਨੇ ਲੰਗਰ ਵੀ ਨਹੀਂ ਛਕਿਆ। ਇੱਕ ਪ੍ਰੇਮੀ ਨੂੰ ਕਿਹਾ ਕਿ ਸਰਬਲੋਹ ਦਾ ਵਾਟਾ ਮਾਂਜ ਕੇ ਲਿਆਵੇ। ਆਪ ਸਟੀਲ ਦੇ ਗਲਾਸ ਵਿੱਚ ਜਲ ਲੈਣ ਚਲੇ ਗਏ। ਪ੍ਰੇਮੀ ਨੇ ਬਾਟਾ ਲੈ ਆਂਦਾ। ਆਪ ਜੀ ਨੇ ਉਸ ਬਾਟੇ ਵਿੱਚ ਜਲ ਪਾ ਕੇ ਜ਼ਮੀਨ ਤੇ ਸਾਫ਼ ਕੱਪੜਾ ਵਿਛਾ ਕੇ ਉੱਪਰ ਬੈਠ ਗਏ। ਦਾਸ ਨੂੰ ਵੀ ਕੋਲ ਬਿਠਾ ਲਿਆ ਅਤੇ ਕਿਹਾ ਕਿ ਜੇਕਰ ਥਕੇਵਾ ਮਹਿਸੂਸ ਹੋਵੇ ਤਾਂ ਲੰਮੇ ਪੈ ਜਾਣਾ। ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਚੱਲ। ਆਪ ਜੀ ਨੇ ਗਾਤਰੇ ਵਾਲੀ ਸ੍ਰੀ ਸਾਹਿਬ ਮਿਆਨ ਵਿੱਚੋਂ ਕੱਢੀ ਅਤੇ ਇਸ਼ਨਾਨ ਕਰਵਾ ਕੇ ਉਸ ਜਲ ਜੋ ਬਾਟੇ ਵਿੱਚ ਸੀ ਵਿੱਚ ਫਿਰਨ ਲੱਗ ਪਏ, ਜਿਵੇਂ ਅੰਮ੍ਰਿਤ ਤਿਆਰ ਕਰਨ ਵੇਲੇ ਖੰਡਾ ਫੇਰੀਦਾ ਹੈ ਅਤੇ ਨਾਲੋਂ ਨਾਲ 5 ਬਾਣੀਆਂ ਦਾ ਪਾਠ ਕਰਦੇ ਰਹੇ। ਸਾਰਾ ਪਾਠ ਪੂਰਾ ਹੋਣ ਤੇ ਬੈਠਿਆਂ ਹੀ ਅਰਦਾਸ ਕੀਤੀ ਅਤੇ ਉਹ ਤਿਆਰ ਕੀਤਾ ਅੰਮ੍ਰਿਤ ਜਲ ਦਾਸ ਨੂੰ ਛਕਾ ਦਿੱਤਾ ਅਤੇ ਹੁਕਮ ਕੀਤਾ ਕਿ ਜਿਸ ਵੀ ਚੀਜ਼ ਨੂੰ ਤੇਰਾ ਜੀ ਕਰਦਾ ਹੈ ਦੱਸ ਦੇਈਂ। ਮੈਂ ਪ੍ਰਸ਼ਾਦਾ ਛਕਣ ਦੀ ਇੱਛਾ ਪ੍ਰਗਟਾਈ ਅਤੇ ਮਸਰਾਂ ਦੀ ਦਾਲ ਨਾਲ 2 ਪ੍ਰਸ਼ਾਦੇ ਵੀ ਛਕ ਲਏ। ਬਸ ਰਾਤੋਂ ਰਾਤ ਹੀ ਗੁਰਬਾਣੀ ਦਾ ਫਰਮਾਨ ਸਰਬ ਰੋਗ ਕਾ ਔਖਦ ਨਾਮ ਔਖਦ ਜਿहि ਹਿਰਦੈ ਹਿਤਾਵੈ
ਤਾਹੀਂ ਰੋਗ ਸੁਪਨੇ ਨਹੀਂ ਆਵੇ। ਬਾਲੀ ਗੱਲ ਵਰਤੀ, ਬੁਖਾਰ ਤਾਂ ਪਤਾ ਨਹੀਂ ਕਿਸ ਵੇਲੇ ਉਤਰ ਗਿਆ। ਦਿਨ ਚੜ੍ਹਦੇ ਨਾਲ ਇਸ਼ਨਾਨ ਵੀ ਕੀਤਾ, ਤੁਰਨਾ ਫਿਰਨਾ ਜੋ ਬੰਦ ਕੀਤਾ ਹੋਇਆ ਸੀ। ਸ਼ਾਮ ਨੂੰ ਬਾਬਾ ਜੀ ਸੈਰ ਕਰਨ ਵੀ ਨਾਲ ਲੈ ਗਏ। ਇਸ ਤਰ੍ਹਾਂ ਬਿਨਾਂ ਕਿਸੇ ਹੋਰ ਦਵਾਈ ਵਰਤਣ ਤੇ ਗੁਰਬਾਣੀ ਦੀ ਦਵਾਈ ਇੱਕੋ ਵਾਰ ਛਕਣ ਨਾਲ ਸਰੀਰ ਅਰੋਗ ਹੋ ਗਿਆ। ਇਹ ਗੱਲਾਂ ਕਿਸੇ ਪਾਸੋਂ ਸੁਣੀਆਂ ਸੁਣਾਈਆਂ ਨਹੀਂ ਹਨ, ਜੋ ਹੱਡ ਵਾਪਰੀਆਂ ਹਨ ਜਾਂ ਅੱਖਾਂ ਨਾਲ ਵੇਖੀਆਂ ਹਨ, ਉਹੀ ਲਿਖੀਆਂ ਗਈਆਂ ਸੁਣਾਈਆਂ ਗਈਆਂ ਹਨ। ਇਸੇ ਕਰਕੇ ਜਦੋਂ ਜੀਵ ਦਾ ਸਾਰੇ ਪਾਸਿਓਂ ਥੱਕ ਜਾਵੇ ਤਾਂ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਅੰਮ੍ਰਿਤ ਵੇਲੇ ਜਾਂ ਜਿਸ ਟਾਈਮ ਵੀ ਬਾਣੀ ਪੜ੍ਹਨੀ ਹੈ, ਕੋਲ ਜਲ ਰੱਖ ਕੇ ਛਕ ਲਓ, ਦੇਹ ਰੋਗਤਾ ਵੈਸੇ ਹੀ ਪ੍ਰਾਪਤ ਹੋ ਜਾਂਦੀ ਹੈ। ਬਾਣੀ ਇੱਕ ਔਸ਼ਧੀ ਰੂਪ ਹੈ, ਇੱਕ ਦਵਾਈ ਰੂਪ ਹੈ, ਜੋ ਰੋਗੀ ਦੇ ਜੀਵ ਦੇ ਸਾਰੇ ਹੀ ਦੁੱਖ ਕਸ਼ਟ ਕੱਟਦੀ ਹੈ। ਇਸ ਕਰਕੇ ਬਾਣੀ ਨੂੰ ਤੇ ਅਥਾਹ ਪ੍ਰੇਮ ਭਾਵਨਾ ਰੱਖਿਆ ਕਰੋ, ਬਾਣੀ ਦੀ ਅਥਾਹ ਸ਼ਰਧਾ ਪ੍ਰਗਟ ਕਰਿਆ ਕਰੋ। ਦਿਖਾਵੇ ਲਈ ਨਹੀਂ, ਮਨ ਦੇ ਅੰਦਰੋਂ ਧੁਰ ਅੰਦਰੋਂ ਸ਼ਰਧਾ ਭਾਵਨਾ ਰੱਖਿਆ ਕਰੋ। ਬਾਣੀ ਔਸ਼ਧੀ ਰੂਪ ਬਣ ਕੇ ਸਭ ਦੁੱਖਾਂ ਨੂੰ ਨਾਸ ਕਰੇਗੀ ਤੇ ਸਭ ਦਾ ਹੀ ਭਲਾ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।